रेत के मुआयने करते हुए सुखबीर बादल ने ब्यास दरिया पर रेत पर छापा मारकर बताया कि यह जो रेत की माइनिंग हो रही है यह निर्णय तौर पर हो रही है। सुखबीर बादल ने अपने 40 साथियों के साथ मीडिया के सहयोग से यह हल्ला बोल किया। दूसरी ओर परित पाइप लाइनों पर काम करती हुई ठेकेदारों ने इस बात का स्पष्टीकरण देते हुए मीडिया के जरिए बताया कि इस बात का खंडन करता है कि जो रेत का काम है यह नाजायज नहीं बल्कि जायज ढंग से हो रहा है, जो कि आज से 10 साल पहले अकाली दल की सरकार में भी होता था, जो आज भी बरकरार है। ठेकेदारों ने अपनी बात करते हुए बताया कि यह रेत की माइनिंग नहीं बल्कि हम जो सफाई के लिए जेट पर लगाए गए हैं उनके साथ अपनी मेहनत से सही ढंग से कमाई कर रहे हैं। अगर हमारा रोजगार बंद हो गया तो हम बेकार होकर घर बैठ जाएंगे। ठेकेदारों ने प्रशासन से सीमित मांग की कि हमारे साथ धक्का हो रहा है और इसकी जो जांच है वह सही ढंग से की जाए और हमें इंसाफ दिया जाए। बिल्कुल आज साढ़े ਅੰਮ੍ਰਿਤਸਰ रोड पुलिस ने ध्यान से लैके आए है कि जो वजीर भुੱਲਰ है वो कुछ इरेगुलरिटीज़ हैगी है जो उत्थे लीसिल्टिंग का काम हो रहा है। ਉਹਦੇ ਸੰਬੰਧ ਦੇ ਵਿੱਚ ਜਿਹੜੇ ਮੌਕੇ ਤੇ ਜਿਹੜੇ ਪੁਲਿਸ ਅਫਸਰ ਤੇ ਸੰਬੰਧਿਤ ਮਾਈਨਿੰਗ ਮਹਿਕਮਾ ਰੈਵਨਿਊ ਡਿਪਾਰਟਮੈਂਟ ਸਾਰੇ ਹੋਰ ਆਫੀਸ਼ੀਅਲਸ ਵੀ ਮੌਕੇ ਤੇ ਗਏ ਸੀ ਤੇ ਸਿਚੁਏਸ਼ਨ ਦਾ ਜਾਇਜ਼ਾ ਲਿਆ ਗਿਆ। ਉਸ ਤੋਂ ਬਾਅਦ ਜਿਹੜੇ ਕੰਪਲੇਨੈਂਟ ਸੀਗੇ ਉਹਨਾਂ ਵੱਲੋਂ ਇੱਕ ਦਰਖਾਸਤ ਵੀ ਸਾਡੇ ਕੋਲ ਅੱਜ ਮੌਸੂਲ ਹੋਈ ਹੈ ਤੇ ਉਹਦੇ ਉੱਤੇ ਜ਼ਾਬਤੇ ਅਨੁਸਾਰ ਜਿੱਦਾਂ ਯੋਗ ਕਾਰਵਾਈ ਬਣਦੀ ਹੈ ਉਹਦੇ ਵਿੱਚ ਅਸੀਂ ਕਾਰਵਾਈ ਕਰਨ ਲੱਗੇ। ਸਰ ਤੁਸੀਂ ਮੌਕੇ ਤੇ ਤੁਸੀਂ ਵੀ ਮੌਜੂਦ ਸੀ, ਸਾਰੇ ਕਾਗਜ਼ਾਤ ਤੁਸੀਂ ਵੀ ਦੇਖਿਆ ਜਿਨ੍ਹਾਂ ਨੂੰ ਲੈ ਕੇ ਇਹ ਮੁੱਦਾ ਚੁੱਕਿਆ ਗਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਜ਼ਮੀਨ ਵੀ ਪੰਚਾਇਤੀ ਸੀ, ਜੋ ਨੰਬਰ ਦਿਖਾਏ ਗਏ ਉਹ ਵੀ ਕਿਸੇ ਹੋਰ ਜ਼ਮੀਨ ਦੇ ਸੀ, ਉਹ ਟਰੱਕਾਂ ਵਾਲੇ ਵੱਲੋਂ ਵੀ ਕੰਪਲੇਂਟ ਕੀਤੀ ਗਈ ਹੈ ਕਿ ਦੁੱਗਣੇ ਪੈਸੇ ਜਿਹੜੇ ਉਹਨਾਂ ਤੋਂ ਧੱਕੇ ਨਾਲ ਲਏ ਜਾ ਰਹੇ। नहीं बिल्कुल जी, ये सारी गल्लां दी रिपोर्ट संबंधित महकमा तो असीं लिखती च लवांगे क्योंकि साडी सारी कार्रवाई लिखती होंदी है। इस करके ये लिखती रिपोर्ट लैंड उपरंत ही अगली कार्रवाई होएगी। सर जिहदे उत्ते कार्रवाई की गई है जिहदा नाम लैंड है कौन है, ਕਿੰਨਾ ਲੋਕਾਂ ਦੇ ਖਿਲਾਫ ਕੰਪਲੇਂਟ ਕੀਤੀ ਗਈ ਸਰ? ਇਹ ਜਿਹੜਾ ਮਾਈਨਿੰਗ ਕੰਟਰੈਕਟਰਸ ਹੈਗੇ ਆ ਉਹਨਾਂ ਦੇ ਉੱਤੇ ਜਿਹੜਾ ਇਹ ਐਲੀਗੇਸ਼ਨ ਲਗਾਈ ਜਾ ਰਹੀ ਹੈ। ਲਿਖੀ ਸਭ ਕੁਝ सर कंपनी की ਸਰ, ਜਿਹਨਾਂ ਕੋ ਕੰਟਰੈਕਟਰ ਹੈ ਤੁਹਾਨੂੰ ਬਾਅਦ ਚ ਕੰਪਨੀ ਨੇਮ ਸਰ। ਸਰ ਪਰ ਤੁਹਾਨੂੰ ਲੱਗਦਾ ਕਿ ਮਤਲਬ 1.25 ਕਿਲੋਮੀਟਰ ਦਾ ਇੱਥੋਂ ਫਾਸਲਾ ਹੈ ਬਿਆਸ ਥਾਣੇ ਵੀ ਲੱਗੇ ਹੈ ਤੇ ਪਿਛਲੇ ਜੋ ਇਲਾਕਾ ਨਿਵਾਸੀ ਵੱਲੋਂ ਦੱਸਿਆ ਕਿ ਕਾਫੀ ਮਹੀਨਿਆਂ ਤੋਂ ਇਹ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਸੀ, ਤਾਂ ਕਿਤੇ ਨਾ ਕਿਤੇ ਕੁਝ ਜਿਹੜਾ ਗੈਰ ਕਾਨੂੰਨੀ ਵਾਲੀ ਤੁਸੀਂ ਗੱਲ ਕਰ ਰਹੇ ਹੋ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ। ਸੰਬੰਧਿਤ ਮਹਿਕਮੇ ਤੋਂ ਰਿਪੋਰਟ ਲੈ ਕੇ ਜਿਹੜੀ ਸਰਕਾਰ ਦੀ ਪਾਲਿਸੀ ਹੈਗੀ ਹੈ, ਜਿਹੜੇ ਰੂਲਸ ਹੈਗੇ, ਜਿਹੜਾ ਐਕਟ ਹੈਗੇ ਉਹਨੂੰ ਦੇਖਣ ਤੋਂ ਬਾਅਦ ਹੀ ਆਪਾਂ ਇਹਨੂੰ ਗੈਰ ਕਾਨੂੰਨੀ ਕਹਿ ਸਕਦੇ ਹਾਂ। ਜੇ ਉਹ ਹੈਗੀ ਹੈ ਇਸ ਵਕਤ ਆਪਾਂ ਇਹਨੂੰ ਗੈਰ ਕਾਨੂੰਨੀ ਨਹੀਂ ਕਹਿ ਸਕਦੇ। ਜੇ ਕੁਝ ਇਹੋ ਜਿਹਾ ਪਾਇਆ ਜਾਂਦਾ ਜਿੱਥੇ ਇਹ ਪ੍ਰੂਫ ਹੋ ਜੇ ਗੈਰ ਕਾਨੂੰਨੀ, ਤਾਂ ਕੀ ਕਾਰਵਾਈ ਕੀਤੀ ਜਾਊਗੀ? ਨਹੀਂ ਬਿਲਕੁਲ ਜੋ ਯੋਗ ਕਾਨੂੰਨੀ ਕਾਰਵਾਈ ਜੋ ਪ੍ਰਕਿਰਿਆ ਹੈਗੀ ਹੈ ਉਹਦੇ ਹਿਸਾਬ ਨਾਲ ਕੀਤੀ ਜਾਊਗੀ। ਸਰ ਬਿਆਸ ਥਾਣੇ ਆਪਣਾ ਪੁਲ ਦੇ ਉੱਤੇ ਸਰ ਆਪਣਾ ਨਾਕਾ ਵੀ ਲੱਗਾ ਰਹਿੰਦਾ ਪੰਜਾਬ ਪੁਲਿਸ ਵੱਲੋਂ। ਸਰ ਕੀ ਗੱਲ ਉਹਨਾਂ ਨੇ ਉਦੋਂ ਦਾ ਦੇਖਿਆ ਨਹੀਂ ਆ, ਬਿਲਕੁਲ ਲਾਗੇ ਹੀ ਦੂਰੀ ਤੇ ਆ ਕੰਮ ਹੁੰਦਾ ਪਿਆ ਵਾ। ਜਿਹੜਾ ਇਹ ਮੈਨੂੰ ਮਾਈਨਿੰਗ ਅਫਸਰ ਨੇ ਜਿਹੜਾ ਦੱਸਿਆ ਹੈਗਾ ਇਹ ਡੀਸਿਲਟਿੰਗ ਦਾ ਪ੍ਰੋਗਰਾਮ ਚੱਲ ਰਿਹਾ ਹੈ ਜਿਹੜਾ ਪਾਲਿਸੀ ਦੇ ਮੁਤਾਬਿਕ ਹੀ ਚੱਲ ਰਿਹਾ ਹੈਗਾ। ਇਸ ਕਰਕੇ ਜਿਹੜਾ ਸੰਬੰਧਿਤ ਮਹਿਕਮਾ ਹੈਗਾ ਹੈ ਉਹਨਾਂ ਵੱਲੋਂ ਸਾਨੂੰ ਦੱਸਿਆ ਗਿਆ ਸੀ ਕਿ ਸਹੀ ਪ੍ਰਕਿਰਿਆ ਦੇ ਨਾਲ ਹੀ ਇਹ ਚੱਲ ਰਿਹਾ ਹੈਗਾ। ਇਸ ਕਰਕੇ ਹੀ ਜਿਹੜੀ ਇਹਦੇ ਉੱਤੇ ਕੋਈ ਇਮੀਡੀਏਟ ਐਕਸ਼ਨ ਨਹੀਂ ਲਿਆ ਗਿਆ। ਸਰ ਪਰਚਾ ਕਿੰਨੇ ਲੋਕਾਂ ਦੇ ਹੋਇਆ? ਪਰਚਾ ਨਹੀਂ, ਅੱਜ ਜੀ ਕੰਪਲੇਂਟ ਹੀ ਲਈ ਹੈ ਤੇ ਜਿਹੜਾ ਮਾਈਨਿੰਗ ਐਕਟ ਦੇ ਤਹਿਤ ਜਿਹੜਾ ਕਿੰਨੀ ਦੇਰ ਲੱਗੂ ਸਰ ਇਨਕੁਆਇਰੀ ਕਰਨ ਤੇ? ਇਨਕੁਆਇਰੀ ਨਹੀਂ ਕਰ ਰਹੇ ਜੀ, ਇਹਦੇ ਵਿੱਚ ਮਾਈਨਿੰਗ ਅਫਸਰ ਦੀ ਰਿਪੋਰਟ ਜ਼ਰੂਰੀ ਹੈਗੀ ਹੈ। ਜਿਹੜਾ ਵੀ ਮਾਈਨਿੰਗ ਐਕਟ ਦਾ ਪਰਚਾ ਹੁੰਦਾ ਉਹ 'ਚ ਮਾਈਨਿੰਗ ਆਫਿਸਰ ਦੀ ਰਿਪੋਰਟ ਲੈਣੀ ਜ਼ਰੂਰੀ ਹੁੰਦੀ ਹੈ। ਉਸ ਦੇ ਉਪਰੰਤ ਹੀ ਕਾਰਵਾਈ ਦਾ ਪ੍ਰੋਸੀਜਰ ਹੈਗਾ ਜੀ। ਅਸੀਂ ਇਮੀਡੀਏਟਲੀ ਕਾਰਵਾਈ ਸ਼ੁਰੂ ਕਰ ਰਹੇ ਹੈਗੇ। ਇਮੀਡੀਏਟਲੀ ਮਾਈਨਿੰਗ ਡਿਪਾਰਟਮੈਂਟ ਨੂੰ ਅਸੀਂ ਲੈਟਰ ਸ਼ੂਟ ਕਰ ਰਹੇ ਹਾਂ। ਜਿੱਦਾਂ ਹੀ ਉਹਨਾਂ ਦਾ ਰਿਪਲਾਈ ਆ ਜਾਂਦਾ ਹੈ ਇਮੀਡੀਏਟਲੀ ਅਸੀਂ ਕਾਰਵਾਈ ਕਰਾਂਗੇ। ਸਰ ਕੋਈ ਟਰੱਕ ਡਰਾਈਵਰ ਜਿਹੜੇ ਇੱਥੇ ਸਾਰੇ ਹੈਗੇ ਸਨ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਪੁਲਿਸ ਮੁਲਾਜ਼ਮ ਉੱਥੇ ਆ ਕੇ ਜਾ ਕੇ ਕਹਿ ਰਹੇ ਕਿ ਜੇ ਤੁਸੀਂ ਗਲਤ ਬਿਆਨ ਦਿੰਦੇ ਤੁਹਾਡੇ ਤੇ ਪਰਚਾ ਦਰਜ ਕਰ ਦਿੱਤਾ ਗਿਆ ਜਿਸ ਤਰ੍ਹਾਂ ਆਪਾਂ ਕਿਹਨੂੰ ਉਤਰਾ ਕੀਤਾ ਜਾਵੇ ਉਹਨਾਂ ਦੀ ਨਹੀਂ ਬਿਲਕੁਲ, ਜਿਹਨੂੰ ਵੀ ਕੋਈ ਤਕਲੀਫ ਹੈ ਆਪਣੀ ਲਿਖਤੀ ਜਿਹੜੀ ਦਰਖਾਸਤ ਹੈ ਉਹ ਸਾਨੂੰ ਦੇ ਸਕਦੇ ਆ, ਉਹਦੇ ਤੇ ਜਿਹੜੀ ਯੋਗ ਕਾਰਵਾਈ ਕੀਤੀ ਜਾਊਗੀ। ਐਸਪੀ ਸਾਹਿਬ ਜਿਹੜੇ ਨੰਬਰ ਉਹਨਾਂ ਨੂੰ ਅਲਾਟ ਕੀਤੇ ਗਏ ਨੇ ਸੰਬੰਧਿਤ ਪਟਵਾਰੀ ਨੇ ਸਾਬਤ ਕਰ ਦਿੱਤਾ ਕਿ ਉਹਨਾਂ ਵਿੱਚ ਮਾਈਨਿੰਗ ਨਹੀਂ ਹੋ ਰਹੀ। ਮਾਈਨਿੰਗ ਜਿਹੜੀ ਕੀਤੀ ਜਾ ਰਹੀ ਹੈ ਕਿਸੇ ਹੋਰ ਨੰਬਰਾਂ 'ਚ ਕੀਤੀ ਜਾ ਰਹੀ ਹੈ। ਜਦੋਂ ਸੰਬੰਧਿਤ ਪਟਵਾਰੀ ਨੇ ਮੌਕੇ ਤੇ ਕਹਿ ਦਿੱਤਾ ਤੇ ਉਸ ਤੋਂ ਬਾਅਦ ਇਹਦਾ ਮਤਲਬ ਹੈ ਕਿ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਸਰ ਅਸੀਂ ਲਿਖਤੀ ਰਿਪੋਰਟ ਲਵਾਂਗੇ ਸਰ ਇਮੀਡੀਏਟਲੀ। 1 ਮਿੰਟ 'ਚ ਸਰ ਕੋਈ ਓਪੀਨੀਅਨ ਨਹੀਂ ਹੁੰਦਾ ਸਰ ਕਿਸੇ ਦਾ। ਚਲੋ ਠੀਕ ਹੈ ਸਰ, ਥੈਂਕ ਯੂ ਸਰ। ਪਿਛਲੇ ਕਰੋ ਮਾਈਕ, ਕਈ ਦਿਨਾਂ ਤੋਂ ਮਾਈਕ ਥੱਲੇ ਕਰੋ ਨਾ, ਸਾਰਿਆਂ ਨੇ ਕੰਮ ਕਰਨਾ। ਅਲੱਗ-ਅਲੱਗ ਜਗ੍ਹਾ ਤੋਂ ਸਾਡੇ ਵਰਕਰ ਦੱਸ ਰਹੇ ਸੀ ਕਿ ਕਾਂਗਰਸ ਦੇ ਐਮਐਲਏ ਆਪਣੇ ਗੁੰਡਿਆਂ ਰਾਹੀਂ ਧੱਕੇ ਨਾਲ ਇਲੀਗਲ ਮਾਈਨਿੰਗ ਪੰਜਾਬ 'ਚ ਕਰ ਰਹੇ ਹਨ, ਲਗਾਤਾਰ ਚੱਲ ਰਹੀ ਤੇ ਪੁਲਿਸ ਮਾਈਨਿੰਗ ਅਫਸਰ ਸਾਰੀ ਉਹਨਾਂ ਦੇ ਸਪੋਰਟ 'ਚ। ਅੱਜ ਮੈਂ ਜਦੋਂ ਦਰਬਾਰ ਸਾਹਿਬ
ਪਰਮਾਤਮਾ ਦਾ ਆਸ਼ੀਰਵਾਦ ਲੈਣ ਵਾਸਤੇ ਗਿਆ, ਮੱਥਾ ਟੇਕਣ ਗਿਆ, ਤੇ ਬਾਹਰ ਆਇਆ ਮੇਰੇ ਮਨ 'ਚ ਆਇਆ ਕਿ ਦੇਖੀਏ, ਆਪਣੀ ਨਿਗਾਹ ਨਾਲ ਦੇਖੀਏ ਕਿੱਥੇ ਕਿੱਥੇ ਹੋ ਰਹੀ ਹੈ। ਅਸੀਂ ਬਿਆਸ ਤੇ ਪੁਲ ਕੋਲੇ ਹੀ ਜਾ ਰਹੇ ਸੀ, ਮੈਂ ਇਧਰਲੇ ਪਾਸੇ ਦੇਖਿਆ ਬਿਆਸ ਨਦੀ ਦੇ ਨਾਲ ਹੀ ਪੁਲ ਦੇ 3 ਵੱਡੇ ਇਹਨਾਂ ਨੇ ਜਗ੍ਹਾ ਬਣਾਈਆਂ, ਵਰਮੇ ਲਾਏ, ਸਾਰਾ ਇਲੀਗਲ। ਤੁਸੀਂ ਜਦੋਂ ਅਸੀਂ ਗਏ ਉੱਥੇ ਮੈਨੂੰ ਜਿਹੜੇ ਟਰੱਕ ਵਾਲੇ ਵੀਰ ਉੱਥੇ ਟਰੱਕ ਤੋਂ ਰੇਤਾ ਲੈ ਰਹੇ ਸੀ, ਉਹਨਾਂ ਨਾਲ ਮੇਰੀ ਗੱਲ ਹੋਈ, ਆ ਸਾਰੇ ਉਹ ਖੜੇ ਆ। ਮੈਨੂੰ ਵੱਡੀ ਗੱਲ ਜਿਹੜੀ ਇਹਨਾਂ ਨੇ ਦੱਸੀ ਕਿ ਸਾਰਿਆਂ ਤੋਂ ਜਿਹੜੀ ਕੰਪਨੀ ਹੈ ਮੋਹਨ ਲਾਲ ਨਾ ਫਰੈਂਡਸ ਐਂਡ ਕੰਪਨੀ, ਜਿਹਦਾ ਮਾਲਕ ਮੋਹਨਪਾਲ, ਜਿਹੜਾ ਕਾਂਗਰਸੀ ਸਾਬਕਾ ਮੰਤਰੀ ਭੁੱਲਰ ਸਾਹਿਬ ਉਹਦਾ ਮੁੰਡੇ ਦਾ ਸਾਲਾ ਹੈ, ਅਲੋਂਗ ਵਿਦ ਚੌਧਰੀ, ਜਿਹੜਾ ਇੱਥੋਂ ਦਾ ਜੰਮੂ ਕਸ਼ਮੀਰ ਦਾ ਸਭ ਤੋਂ ਵੱਡਾ ਸੈਂਡ ਮਾਫੀਆ ਹੈ, ਉਹਨਾਂ ਦੀ ਕੰਪਨੀ ਹੈ। ਇੱਥੇ ਮੈਨੂੰ ਹੁਣ ਟਰੱਕ ਆਪਰੇਟਰ ਥੋੜਾ ਬਿਆਨ ਵੀ ਦਿੱਤੇ, ਅੱਜ ਇਹਨਾਂ ਨੇ ਦਰਖਾਸਤ ਵੀ ਦਿੱਤੀ ਹੈ ਪੁਲਿਸ 16,000 ਰੁਪਇਆ ਇੱਕ ਟਰੱਕ ਮਗਰ ਗੁੰਡਾ ਟੈਕਸ ਲੈ ਰਿਹਾ, 16,000। ਅੱਜ ਇਹਨਾਂ ਨੇ ਖੁਸ਼ੀ ਮਨਾਈ ਕਿ ਤੁਸੀਂ ਸਾਨੂੰ ਆ ਕੇ ਬਚਾਇਆ। 16,000 ਰੁਪਏ ਦੇਖੋ ਵਿਚਾਰਿਆਂ ਤੋਂ ਸਰਦਾਰ ਧੱਕੇ ਨਾਲ ਗੁੰਡਾ ਟੈਕਸ। ਤੇ ਮੈਂ ਹੈਰਾਨੀ ਹੈ ਤੇ ਸਾਰੇ ਅਫਸਰ, ਖਾਸ ਕਰਕੇ ਇੱਥੋਂ ਦਾ ਮਾਈਨਿੰਗ ਅਫਸਰ ਹੈ, ਉਹ ਤਾਂ ਐ ਉਹਨਾਂ ਦੀ ਸਪੋਰਟ ਤੇ ਆਇਆ, ਦਿਖਾਉਣ ਲੱਗਿਆ ਕਿ ਜੀ ਸਾਰਾ ਲੀਗਲ ਹੈ। ਜਦੋਂ ਅਸੀਂ ਪਟਵਾਰੀ ਨੂੰ, ਤਹਿਸੀਲਦਾਰ ਵਾਲੇ, ਐਸਡੀਐਮ ਵਾਲੇ ਜਗ੍ਹਾ ਦੇਖੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਨੰਬਰ ਜਿੱਥੇ ਆ ਵਰਮੇ ਲੱਗੇ ਆ ਤੇ ਨੰਬਰ ਦਿਖਾ। ਜਿੱਥੇ ਮਨਜ਼ੂਰੀ ਸੀ ਉੱਥੇ ਨੇੜੇ ਤੇੜੇ ਵੀ ਮਾਈਨਿੰਗ ਨਹੀਂ ਹੋ ਰਹੀ, ਮਾਈਨਿੰਗ ਗਲਤ ਜਗ੍ਹਾ ਤੇ ਕਰ ਰਹੇ ਆ। ਦੂਜੀ ਗੱਲ, ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਐਕਟ ਹੈ, ਕਿਸੇ ਪੁਲ ਦੇ ਉੱਤੇ। ਜੈਇੰਦਰ ਸਿੰਘ ਸਰ, ਅੱਜ ਇੱਕ ਰੇਤ ਦਾ ਨਜਾਇਜ਼ ਮਾਈਨਿੰਗ ਦਾ ਇੱਕ ਮੁੱਦਾ ਸਾਹਮਣੇ ਆ ਰਿਹਾ, ਉਸ ਨੂੰ ਲੈ ਕੇ ਤੁਸੀਂ ਬੈਠੇ ਹੋ, ਤੁਹਾਡਾ ਕੀ ਕਹਿਣਾ ਹੈ? ਦੇਖੋ ਜੀ, ਬਾਕੀ ਮੈਂ ਗੱਲਾਂ ਤੁਹਾਡੀਆਂ ਨਾਲ ਸਾਂਝੀਆਂ ਕਰ ਚੁੱਕਿਆ, ਪਰ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਜਿਹੜੇ ਇੱਥੋਂ ਦੇ ਵਾਸੀ ਆ ਜਾਂ ਟਰੱਕ ਡਰਾਈਵਰ ਆ ਜਾਂ ਕੋਈ ਆ, ਜਿਹੜੇ ਸਾਨੂੰ ਕਹਿੰਦੇ ਜੀ ਇਲੀਗਲ ਕੰਮ ਕਰਦੇ ਆ ਜੀ, ਜਾਂ ਆਪਾਂ ਪਰਚੀਆਂ ਦੇ ਵਿੱਚ ਕੁਝ ਇਸ ਤਰ੍ਹਾਂ ਕਰਦੇ ਤੁਹਾਡੇ ਕਹਿਣ ਦੇ ਮੁਤਾਬਕ, ਉਹ ਗੱਲ ਆ ਇਸ ਤਰ੍ਹਾਂ ਵਾ ਜੀ। ਵੇਖੋ ਵੀ ਸਾਡਾ ਇੱਥੇ ਚੱਲਣ ਡਿਆ ਲੀਗਲ ਕੰਮ ਜੀ, ਆਹ ਸਾਡੇ ਕੋਲ ਡਾਕੂਮੈਂਟ ਆ ਸਾਰੀਆਂ, ਸਾਡੇ ਕੋਲ ਪਰਮਿਸ਼ਨਾਂ ਡੀਸਿਲਟਿੰਗ ਦੀਆਂ। ਜਿਹੜੇ ਇੱਥੇ ਆਲੇ ਦੁਆਲੇ ਕੁਝ ਰਾਤ ਵੇਲੇ ਜਾਂ ਰਾਤ ਵੇਲੇ ਜਾਂ ਟਾਈਮ ਦੇ ਇੱਧਰ ਉੱਧਰ ਜਦੋਂ ਇਲੀਗਲ ਕੰਮ ਕਰਦੇ ਆ, ਜਦੋਂ ਅਸੀਂ ਉਹਨਾਂ ਦੇ ਉੱਪਰ ਸਕੰਜਾ ਕੱਸਦੇ ਆ ਜਾਂ ਉਹਨਾਂ ਦੇ ਉੱਪਰ ਆਪਾਂ ਪਰਚੇ ਕਰਾਉਂਦੇ ਆ, ਉਹ ਤੋਂ ਅਗਲੇ ਦਿਨ ਹੀ ਸਾਡਾ ਕੰਮ ਇਲੀਗਲ ਹੋ ਜਾਂਦਾ ਜੀ। ਪਰ ਜਦੋਂ ਆਪਾਂ ਕਿਸੇ ਨੂੰ ਨਹੀਂ ਕੁਝ ਕਹਿੰਦੇ, ਚੱਲਣ ਡਿਆ ਕੰਮ ਜੀ, ਜਿਸ ਤਰ੍ਹਾਂ 2-4 ਦਿਨ ਨਹੀਂ ਧਿਆਨ ਬੰਦੇ ਦਾ ਗਿਆ ਜਾਂ ਕੋਈ ਵੀ ਆ, ਉਦੋਂ ਬਿਲਕੁਲ ਸਾਡਾ ਸਹੀ ਹੈ ਜੀ ਕੰਮ। ਜਦੋਂ ਅਸੀਂ ਫੜਦੇ ਆ ਜਿਹੜੇ ਇਲੀਗਲ ਕੰਮ ਕਰਦੇ ਆ, ਉਸ ਤੋਂ ਬਾਅਦ ਹੀ ਸਾਡਾ ਕੰਮ ਇਲੀਗਲ ਹੁੰਦਾ ਜੀ, ਕਿਉਂਕਿ ਉਹਨਾਂ ਦਾ ਆਪਣਾ ਖਰਚਾ ਚੱਲਦਾ ਜੀ, ਸ਼ਰੇਆਮ ਇਲੀਗਲ ਕੰਮ ਚਲਾਉਂਦੇ ਆ। ਪਰ ਉਹਨਾਂ ਲੋਕਾਂ ਦਾ ਕਹਿਣਾ ਕਿ ਅਸੀਂ ਆਪਣੀਆਂ ਖੁਦ ਦੀਆਂ ਜ਼ਮੀਨਾਂ ਦੇ ਵਿੱਚੋਂ ਅਸੀਂ ਰੇਤ ਲੈ ਕੇ ਆਉਂਦੇ, ਜਾਂ ਟਰੈਕਟਰ ਟਰਾਲੀ ਵਾਲੇ ਜਾਂ ਕੋਈ ਲੋਕਲ ਗੱਡੀਆਂ ਵਾਲੇ ਨੇ, ਤਾਂ ਉਹਨਾਂ ਦੇ ਉੱਤੇ ਇੱਕ ਪਰਚੇ ਕਰਵਾਏ ਜਾਂਦੇ ਨੇ, ਫਿਰ ਧਰਨੇਬਾਜ਼ੀ ਹੋ ਕੇ ਉਹਨਾਂ ਦੇ ਪਰਚੇ ਵੀ ਕੈਂਸਲ ਕਰਾਏ ਜਾਂਦੇ। ਤੇ ਉਹਨਾਂ ਕੋਈ ਨਹੀਂ ਜੀ, ਕੋਈ ਨਹੀਂ, ਬਿਲਕੁਲ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਆ। ਦੇਖੋ, ਜੇ ਕਿਸੇ ਨੂੰ ਘਰ ਦੇ ਲਈ ਕੋਈ ਟਰਾਲੀ ਚਾਹੀਦੀ ਆ ਜਾਂ ਕਿਸੇ ਨੂੰ ਘਰ ਦੇ ਵਿੱਚ ਆਪਣੀ ਪਰਸਨਲੀ ਕਿਸੇ ਨੇ ਯੂਜ਼ ਕਰਨੀ ਆ, ਉੱਥੇ ਸਾਡੇ ਬੰਦੇ ਬੈਠੇ ਆ ਜੀ, ਸਾਡੇ ਭਾਈ ਸਾਹਿਬ ਹੋਣੀ, ਉਹਨਾਂ ਦੇ ਨਾਲ ਗੱਲ ਕਰਕੇ ਜੋ ਵੀ ਸਾਡੇ ਕੋਲ ਹੈਗਾ ਆਪਾਂ ਉਹਨਾਂ ਦੀ ਮਦਦ ਕਰਨ ਨੂੰ ਅਸੀਂ ਤਿਆਰ ਆ। ਪਰ ਜੇ ਰਾਤ ਵੇਲੇ ਜੇ ਕੋਈ ਕੱਢ ਕੇ ਬੰਦਾ ਟਰਾਲੀ ਇਸ ਤਰ੍ਹਾਂ ਖੜਨ ਦਿਆ, ਉਹਨੂੰ ਆਪਾਂ ਇਲੀਗਲ ਦਾ ਨਾਮ ਅਸੀਂ ਦੇਵਾਂਗੇ ਕਿ ਨਹੀਂ ਦੇਵਾਂਗੇ? ਜ਼ਿਲ੍ਹਾ ਜਿਹਦੇ ਵਿੱਚ ਆਉਂਦਾ, ਉਸ ਤੋਂ ਬਾਅਦ ਪੰਜਾਬ ਗੌਰਮੈਂਟ ਦਾ ਕੋਈ ਡਿਸੀਜਨ ਹੁੰਦਾ, ਜਿਹਦੇ ਵਿੱਚ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਦਰਿਆ ਵਗਦੇ ਨੇ, ਉਹਨਾਂ ਵਿੱਚ ਪੁਲ ਦੇ ਥੱਲੇ ਜਿਹੜੇ ਬੇਲੇ ਬਣੇ ਨੇ, ਜਿਹਨੂੰ ਆਪਾਂ ਆਈਲੈਂਡ ਕਹਿੰਦੇ ਨੇ, ਉਹ ਚੁੱਕਣ ਦਾ ਕੰਟਰੈਕਟ ਜਿਹੜਾ ਸਾਨੂੰ ਮਿਲਿਆ ਜੀ, ਉਹ ਸਾਡੀ ਕੰਪਨੀ ਨੂੰ, ਉਹ ਸਾਡੀਆਂ ਸਾਰੀਆਂ ਸਾਈਟ ਜਿਹੜੀਆਂ ਲੀਗਲ ਹੈ ਜੀ, ਉਹ ਬੇਲੇ ਅਸੀਂ ਤਾਂ ਗੌਰਮੈਂਟ ਨੇ ਉਹ ਸਾਨੂੰ ਦਿੱਤਾ ਜੀ ਕੰਟਰੈਕਟ, ਕਿਉਂਕਿ ਜਿਹੜੇ ਵੀ ਦਰਿਆ ਵਗ ਰਹੇ ਨੇ, ਆ 2 ਹਿੱਸਿਆਂ ਦੇ ਵਿੱਚ ਵਗ ਰਹੇ ਨੇ, ਇਹਨੂੰ ਦਰਿਆ ਨੂੰ ਵਿਚਕਾਰ ਲਿਆਉਣ ਦੇ ਲਈ ਹੀ ਅਸੀਂ ਉਹ ਡੀਸਿਲਟਿੰਗ ਕਰ ਰਹੇ ਹਾਂ ਜੀ। ਦਿਸ ਇਜ਼ ਨਾਟ ਮਾਈਨਿੰਗ, ਦਿਸ ਇਜ਼ ਡੀਸਿਲਟਿੰਗ ਸਾਈਟ ਵਜ਼ੀਰ ਭੁੱਲਰ। ਇਹ ਸਾਰੀ ਘਟਨਾ ਤੋਂ ਬਾਅਦ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਜੀ ਦੇਖੋ, ਸਾਡੀਆਂ ਪਰਮਿਸ਼ਨਾਂ ਨੇ, ਸਭ ਕੁਝ ਸਾਡਾ ਲੀਗਲ, ਸਾਡੀ ਸਾਈਟ ਆ, ਸਾਰਾ ਕੰਮ ਸਾਡਾ ਮਨਜ਼ੂਰਸ਼ੁਦਾ ਚੱਲ ਰਿਹਾ। ਇੱਥੇ ਜਿਹੜੇ ਗੌਰਮੈਂਟ ਦੀ ਗਾਈਡਲਾਈਨਸ ਦੇ ਨਾਲ ਇੱਥੇ ਸਾਡਾ ਕੰਡਾ ਲੱਗਾ, ਜਿਹੜੀਆਂ ਪਰਚੀਆਂ ਆਪਾਂ ਆਪਣੇ ਵਹੀਕਲਸ ਵਾਲਿਆਂ ਨੂੰ ਦਿੰਦੇ ਆ, ਉਹ ਆਨਲਾਈਨ ਅਪਰੂਵਡ ਆਪਾਂ ਪਰਚੀਆਂ ਦਿੰਦੇ ਜੀ। ਜੇ ਕਿਸੇ ਨੂੰ ਕੋਈ ਡਾਊਟ ਆ ਜਾਂ ਕੁਛ ਆ, ਤੇ ਮਾਈਨਿੰਗ ਦਫ਼ਤਰ ਡਿਪਾਰਟਮੈਂਟ ਦੇ ਕੋਲੋਂ ਉਹ ਜਾ ਕੇ ਆਪਣੀ ਡਿਮਾਂਡ ਰੱਖ ਸਕਦਾ ਜੀ, ਜੋ ਵੀ ਇਹਨੂੰ ਡਾਕੂਮੈਂਟ ਚਾਹੀਦਾ ਉਹ ਮੰਗ ਸਕਦਾ ਜੀ।